ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 29 ਜੂਨ ਦਿਨ ਬੁੱਧਵਾਰ ਤੇ ਸਾਡੇ ਸ਼ਾਮ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਸਾਡੇ ਨਾਲ ਜੁੜ ਚੁੱਕੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਮਿਹਰਬਾਨੀ ਜੀ, ਧੰਨਵਾਦ ਜੀ, ਬਹੁਤ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਜੇਕਰ ਤੁਸੀਂ ਆਰਪ ਦੇ ਮੈਂਬਰ ਹੋ, ਤੁਹਾਡਾ ਰੈਕਟ ਕਲੀਨ ਆ ਅਤੇ ਤੁਹਾਡੀ ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਿੱਚ 30% ਤੱਕ ਦਾ ਡਿਸਕਾਊਂਟ ਤੁਹਾਨੂੰ ਲੈ ਕੇ ਦੇ ਸਕਦੇ ਨੇ। ਇਸ ਦੇ ਨਾਲ ਨਾਲ ਇਹ ਕਾਰਾਂ ਦੀ ਲਾਈਫ, ਟੈਕਸੀ, ਕਮਰਸ਼ੀਅਲ, ਗੈਸ ਸਟੇਸ਼ਨ, ਲਿਕਰ ਸਟੋਰ, ਹੋਟਲ, ਮੋਟਲ, ਸ਼ਾਪਿੰਗ ਸੈਂਟਰ, ਅਪਾਰਟਮੈਂਟ, ਰੈਸਟੋਰੈਂਟ, ਇਹਨਾਂ ਸਾਰਿਆਂ ਦੀ ਇੰਸ਼ੋਰੈਂਸ 100 ਤੋਂ ਵੱਧ ਏ ਰੇਟਡ ਕੰਪਨੀਜ਼ ਦੇ ਨਾਲ ਕਰਦੇ ਨੇ। ਆਰਪ ਦੇ ਮੈਂਬਰ ਕਿੱਦਾਂ ਬਣਨਾ ਹੈ ਜਾਂ ਇਹਨਾਂ ਇੰਸ਼ੋਰੈਂਸ ਦੇ ਬਾਰੇ ਜਾਣਕਾਰੀ ਲੈਣੀ ਹੈ, ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਦੇ ਉੱਤੇ। ਇਸ ਦੇ ਨਾਲ ਨਾਲ ਸੁਬਿਧਾ ਸੁਰਜੀਤ ਸਿੰਘ ਹੰਗੂੜਾ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਯੂਬਾ ਸਿਟੀ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਮੱਖਣ ਸਿੰਘ ਮਾਨ ਵਿਸਕਾਂਸਨ ਤੋਂ, ਬਲਦੇਵ ਸਿੰਘ ਧਾਲੀਵਾਲ ਰੀਨੋ ਤੋਂ, ਦਲਬੀਰ ਸਿੰਘ ਗਿੱਲ ਲਾਈਵ ਓਕ ਤੋਂ ਅਤੇ ਬਿੱਲਾ ਸਿੰਘੇੜਾ ਜੀ ਸੈਨ ਹੋਜ਼ੇ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 4087 227698 ਦੇ ਉੱਤੇ। ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਹਰਿਆਣੇ ਦੇ ਵਿੱਚ ਬੇਨਿਯਮੀਆਂ ਦੀ ਜਾਂਚ ਕਰਨ ਦੇ ਲਈ ਇੱਕ ਜਿਹੜੀ ਹੈ ਜੀ ਕਮੇਟੀ ਬਣੀ ਸੀਗੀ ਅਤੇ ਉਹਦੀਆਂ ਆਪਣੀਆਂ ਬੇਨਿਯਮੀਆਂ ਸਾਹਮਣੇ ਆ ਰਹੀਆਂ। ਜੀ, ਗੁੜਗਾਉਂ ਦੇ ਵਿੱਚ ਕਾਂਗਰਸ ਦੀ ਸਰਕਾਰ ਦੇ ਵੇਲੇ ਜ਼ਮੀਨ ਦੀ ਵਰਤੋਂ ਬਦਲਣ ਜਿਹੜੀ NOC ਜਿਹੜੀ ਉਹ ਦਿੱਤੀ ਜਾਂਦੀ ਆ, ਉਹਦੇ ਸੰਬੰਧੀ ਜਿਹੜਾ ਲਾਇਸੈਂਸ ਜਾਰੀ ਕੀਤਾ ਜਾਂਦਾ ਸੀਗਾ, ਉਹਦੇ ਵਿੱਚ ਕਾਫੀ ਘਪਲੇਬਾਜ਼ੀਆਂ ਜਿਹੜੀਆਂ ਬੇਨਿਯਮੀਆਂ ਹੋਈਆਂ ਸੀਗੀਆਂ। ਔਰ ਜਿਹੜੀ ਮੌਜੂਦਾ ਸਰਕਾਰ ਹੈ ਜੀ, ਉਹਨਾਂ ਨੇ ਇੱਕ ਕਮਿਸ਼ਨ ਜਿਹੜਾ ਉਹ ਨਿਯੁਕਤ ਕੀਤਾ ਸੀਗਾ। ਇਹ ਇੱਕ ਮੈਂਬਰੀ ਕਮਿਸ਼ਨ ਦੇ ਮੁਖੀ ਸਾਂਝੀ ਜਸਟਿਸ SN ਢੀਂਗੜਾ ਜੀ, ਉਹ ਖੁਦ ਜ਼ਮੀਨ ਮਾਮਲੇ ਦੇ ਵਿੱਚ ਜਿਹੜੇ ਜੀ ਉਹ ਫਸਦੇ ਨਜ਼ਰ ਆ ਰਹੇ ਨੇ ਜੀ। ਇਹ ਇੱਕ ਮੈਂਬਰੀ ਕਮਿਸ਼ਨ ਜਿਹੜੀ ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹਰਿਆਣੇ ਵਾਲੀ ਜਿਹੜੀ ਹੈ ਜੀ, ਉਹਨਾਂ ਨੇ ਇਹ ਬਣਾਇਆ ਸੀਗਾ ਔਰ ਉਹਨਾਂ ਨੂੰ ਜ਼ਿੰਮੇਵਾਰੀ ਇਹ ਸੌਂਪੀ ਗਈ ਸੀ ਕਿ ਇਹ ਜਿਹੜੀਆਂ ਬੇਨਿਯਮੀਆਂ ਹੋਈਆਂ ਨੇ ਗੁੜਗਾਉਂ ਦੇ ਵਿੱਚ ਕਾਂਗਰਸ ਦੇ ਰਾਜ ਦੇ ਸਮੇਂ, ਇਹਦੀ ਸਾਰੀ ਘੋਖ ਪੜਤਾਲ ਜਿਹੜੀ ਹੈ ਜੀ ਉਹ ਕੀਤੀ ਜਾਵੇ ਜੀ। ਇਸ ਟਰਸਟ ਨੂੰ ਪਿਛਲੇ ਸਾਲ ਨਵੰਬਰ ਦੇ ਵਿੱਚ ਗੁੜਗਾਉਂ ਦੇ ਸਥਿਤ ਜੌੜੀ ਢਾਣੀ ਦੇ ਉੱਤੇ ਜਿਹੜਾ ਜੀ ਇੱਕ ਜਤੌਲਾ ਪਿੰਡ ਹੈ, ਇਹ ਇੱਕ ਟਰਸਟ ਨੂੰ ਜਿਹੜੀ ਹੈ ਜੀ 2235 ਵਰਗ ਗਜ ਜ਼ਮੀਨ ਜਿਹੜੀ ਹੈ ਤੋਹਫੇ ਵਜੋਂ ਹਾਸਲ ਹੋਈ। ਇਹਦੇ ਵਿੱਚ ਵੇਖਣ ਵਾਲੀ ਜਿਹੜੀ ਹੈ ਜੀ ਗੱਲ ਉਹ ਇਹ ਆ ਕਿ ਜਿਹੜਾ ਗੋਪਾਲ ਸਿੰਘ ਪਬਲਿਕ ਚੈਰੀਟੇਬਲ ਟਰਸਟ ਹੈ, ਜਿਹਨੂੰ ਇਹ ਜ਼ਮੀਨ ਦਿੱਤੀ ਗਈ ਆ, ਉਹਦੇ ਚੇਅਰਮੈਨ ਜਿਹੜੇ ਇਹਦੇ ਉਹੀ ਜਸਟਿਸ SN ਢੀਂਗੜਾ ਨੇ, ਜਿਹੜੇ ਕਿ ਬੇਨਿਯਮੀਆਂ ਦੀ ਜਾਂਚ ਕਰ ਰਹੇ ਨੇ। ਜਿਹੜੇ ਜਸਟਿਸ ਢੀਂਗੜਾ ਨੇ, ਉਹਨਾਂ ਨੇ ਗੁੜਗਾਉਂ ਦੇ ਡਿਪਟੀ ਕਮਿਸ਼ਨਰ ਨੂੰ ਇਸ ਟਰਸਟ ਦੇ ਚੇਅਰਮੈਨ ਹੋਣ ਦੇ ਨਾਤੇ ਚਿੱਠੀ ਵੀ ਲਿਖੀ ਕਿ ਇੱਥੇ ਜਿਹੜੇ ਆ ਜੀ ਰਾਹ ਪੱਕੇ ਕੀਤੇ ਜਾਣ, ਕਿਉਂਕਿ ਜਦੋਂ ਜਗ੍ਹਾ ਮਿਲ ਗਈ ਸੀ ਫਿਰ ਰਾਹ ਜਿਹੜੀਆਂ ਉਹ ਪੱਕੇ ਚਾਹੀਦੇ ਸੀਗੇ। ਸਰਕਾਰ ਤੋਂ ਉਹਨਾਂ ਨੇ ਜਿਹੜਾ ਸੀਗਾ ਜੀ ਇਹ ਲਾਹਾ ਵੀ ਲਿਆ। ਇੱਕ ਤਾਂ ਮੁਫਤ ਦੇ ਵਿੱਚ ਜਿਹੜੀ ਸੀ ਉਹ ਜ਼ਮੀਨ ਹਾਸਲ ਕੀਤੀ। ਜਦੋਂ ਤੁਸੀਂ ਬੇਨਿਯਮੀਆਂ ਦੀ ਕਿਸੇ ਦੀ ਜਾਂਚ ਜਿਹੜੀ ਉਹ ਕਰ ਰਹੇ ਹੋ, ਤਾਂ ਤੁਸੀਂ ਇਸ ਤਰ੍ਹਾਂ ਦੇ ਕਿਸੇ ਅਹੁਦੇ ਦੇ ਉੱਤੇ ਜਿਹੜਾ ਜੀ ਉਹ ਨਹੀਂ ਹੋਣੇ ਚਾਹੀਦੇ। ਔਰ ਜਿਹੜੇ ਜਸਟਿਸ ਢੀਂਗੜਾ ਨੇ ਜੀ, ਉਹ ਮੰਨਦੇ ਨੇ ਕਿ ਉਹ ਇਸ ਚੈਰੀਟੇਬਲ ਟਰਸਟ ਦੇ ਚੇਅਰਮੈਨ ਨੇ। ਇਹ ਉਹਨਾਂ ਨੇ ਕਿਹਾ ਕਿ ਮੈਨੂੰ ਇਹ ਜ਼ਮੀਨ ਨਹੀਂ ਮਿਲੀ, ਬਲਕਿ ਟਰਸਟ ਨੂੰ ਮਿਲੀ ਹੈ। ਪਰ ਜਿਹੜੀ ਰਿਐਲਿਟੀ ਇਹ ਹੈ ਕਿ ਜਿਹੜੇ ਟਰਸਟ ਨੂੰ ਮਿਲੀ ਆ ਉਹਦੇ ਚੇਅਰਮੈਨ ਉਹ ਨੇ, ਅਤੇ ਇਹ ਲਾਭ ਵਾਲਾ ਅਹੁਦਾ ਜਿਹੜਾ ਜੀ, ਲਾਭ ਵਾਲਾ ਜਿਹੜਾ ਜੀ ਮਾਮਲਾ ਇਹ ਕਿਹਾ ਜਾ ਰਿਹਾ। ਸੋ ਇਹ ਆਪਣੇ ਆਪ ਦੇ ਵਿੱਚ ਹੀ ਨਵਾਂ ਜਿਹੜਾ ਜੀ ਉਹ ਸਵਾਲ ਖੜਾ ਹੋ ਗਿਆ ਕਿ ਜਿਨ੍ਹਾਂ ਨੇ ਬੇਨਿਯਮੀਆਂ ਦੀ ਜਾਂਚ ਕਰਨੀ ਸੀ, ਉਹੀ ਘਿਰ ਗਏ ਬੇਨਿਯਮੀਆਂ ਦੇ ਵਿੱਚ। ਜੀ 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 ਅਤੇ ਅੱਗੇ ਆਪਾਂ ਗੱਲ ਕਰਦੇ ਪੰਨੂ ਜੀ ਵੀ ਦੋ ਵੱਖ-ਵੱਖ ਜਗ੍ਹਾ ਦੇ ਉੱਤੇ ਪੁੱਤਾਂ ਨੇ ਆਪਣੀ ਮਾਂ ਨੂੰ ਮਾਰਿਆ। ਤਾਂ ਜੀ ਜਗਰਾਉਂ ਦੇ ਨੇੜੇ ਪੈਂਦਾ ਜੀ ਪ੍ਰਸਿੱਧ ਪਿੰਡ ਚੱਕਰ, ਜਿਹੜਾ ਕਿ ਹਮੇਸ਼ਾ ਬੜੇ ਪੋਜ਼ਿਟਿਵ ਪੱਖ ਤੋਂ ਜਿਹੜਾ ਜੀ ਉਹ ਜਾਣਿਆ ਜਾਂਦਾ ਹੈ ਕਿ ਇਹ ਪਿੰਡ ਆਪਣੇ ਆਪ ਦੇ ਵਿੱਚ ਜਿਹੜਾ ਜੀ ਉਹ ਨਿਵੇਕਲਾ NRIs ਜਿਹੜਾ ਭਾਈਚਾਰਾ ਜੀ, ਉਹਦਾ ਬਹੁਤ ਵੱਡਾ ਯੋਗਦਾਨ ਹੈ ਇਸ ਪਿੰਡ ਨੂੰ ਸਹੀ ਪਿੰਡ ਜਿਹੜਾ ਬਣਾਈ ਰੱਖਣ ਦੇ ਵਿੱਚ। ਪਰ ਇੱਕ ਮਾੜੀ ਖਬਰ ਜਿਹੜੀ ਹੈ ਜੀ ਇਸ ਪਿੰਡ ਦੇ ਨਾਲ ਇਹ ਜੁੜ ਗਈ ਕਿ ਇੱਥੋਂ ਜਿਹੜੇ ਜੀ ਦੋ ਜਿਹੜੇ ਪੁੱਤ ਨੇ, ਇਹਦੇ ਸੁਖਪਾਲ ਸਿੰਘ ਹੈ ਜੀ 17 ਸਾਲਾਂ ਦਾ, ਜਗਸੀਰ ਸਿੰਘ ਜੱਗੀ ਜਿਹੜਾ ਜੀ ਉਹ 14 ਸਾਲਾਂ ਦਾ, ਦੋਨੋਂ ਨਾਬਾਲਗ ਨੇ।
ਇਹਨਾਂ ਨੇ ਆਪਣੀ ਜਿਹੜੀ ਮਾਂ ਸੀ ਉਹਦਾ ਕਤਲ ਜਿਹੜਾ ਜੀ ਕਰਮਜੀਤ ਕੌਰ ਜਿਹੜੀ ਕਿ 42 ਸਾਲ ਦੀ ਜਿਹੜੀ ਹੈ ਜੀ ਉਹ ਦੱਸੀ ਜਾਂਦੀ ਆ, ਉਹਨੂੰ ਕਤਲ ਜਿਹੜਾ ਜੀ ਉਹ ਕਰ ਦਿੱਤਾ। ਇਹਨਾਂ ਦਾ ਪਿਓ ਜਿਹੜਾ ਜੀ ਉਹ ਕਿਸੇ ਅਰਬ ਕੰਟਰੀ ਦੇ ਵਿੱਚ ਜਿਹੜਾ ਜੀ ਉੱਥੇ ਡਰਾਈਵਰ ਦੇ ਕਿੱਤੇ ਦੇ ਨਾਲ ਜਿਹੜਾ ਜੀ ਉਹ ਸੰਬੰਧਿਤ ਹੈ। ਇਹ ਦੋ ਜਿਹੜੇ ਭਰਾ ਸੀਗੇ ਇਹਨਾਂ ਨੂੰ ਇਸ ਗੱਲ ਦਾ ਸ਼ੱਕ ਸੀਗਾ ਕਿ ਉਹਨਾਂ ਦੀ ਮਾਂ ਜਿਹੜੀ ਹੈ ਜੀ ਉਹਦੇ ਚਰਿੱਤਰ ਦੇ ਉੱਤੇ ਸ਼ੱਕ ਸੀਗਾ ਕਿ ਉਹਦੇ ਕਿਸੇ ਦੇ ਨਾਲ ਜਿਹੜਾ ਜੀ ਉਹ ਸੰਬੰਧ ਨੇ, ਜਿਹਦੇ ਕਰਕੇ ਇਹ ਜਿਹੜੇ ਮੁੰਡੇ ਸੀਗੇ ਜੀ ਇਹਨਾਂ ਨੇ ਪਹਿਲਾਂ ਵੀ ਬੋਲ ਬੁਲਾਰਾ ਜਿਹੜਾ ਜੀ ਉਹ ਆਪਣੀ ਮਾਂ ਦੇ ਨਾਲ ਜਿਹੜਾ ਇਹਨਾਂ ਦਾ ਹੋਇਆ ਰਾਤ ਨੂੰ, ਔਰ ਉਹ ਰਾਤ ਨੂੰ ਉਹ ਘਰੋਂ ਚਲੇ ਗਈ। ਤੜਕੇ ਜਿਹੜਾ ਸੀ ਜਦੋਂ ਉਹ ਘਰ ਆਈ ਤਾਂ ਉਹਨਾਂ ਨੇ ਜਿਹੜਾ ਸੀਗਾ ਜੀ ਹਮਲਾ ਕਰਤਾ ਆਪਣੀ ਮਾਂ ਦੇ ਉੱਤੇ, ਔਰ ਇਹਨਾਂ ਜਿਹੜੀ ਇਹਦੀ ਮਾਂ ਦਾ ਉੱਥੇ ਜਿਹੜੀ ਮੌਤ ਹੋ ਗਈ, ਔਰ ਇਹ ਦੋਨੋਂ ਜਿਹੜੇ ਸੀਗੇ ਜੀ ਮੌਕੇ ਤੋਂ ਫਰਾਰ ਹੋ ਗਏ, ਪਰਚਾ ਦਰਜ ਹੋ ਗਿਆ। ਦੂਜੀ ਜਿਹੜੀ ਘਟਨਾ ਹੈ ਜੀ ਉਹ ਮਾਨਸਾ ਡਿਸਟ੍ਰਿਕਟ ਦੀ ਹੈ, ਜਿੱਥੇ ਇੱਕ ਪੁੱਤ ਨੇ ਆਪਣੀ ਮਾਂ ਦਾ ਪਿਸਤੌਲ ਦੀ ਗੋਲੀ ਦੇ ਨਾਲ ਇਸ ਕਰਕੇ ਕਤਲ ਕਰਤਾ ਕਿਉਂਕਿ ਉਹਨੇ ਨਸ਼ੇ ਦੇ ਵਾਸਤੇ ਜਿਹੜਾ ਜੀ ਉਹਨੂੰ ਪੈਸੇ ਦੇਣ ਤੋਂ ਨਾ ਕਰ ਦਿੱਤੀ ਸੀ ਜੀ। ਬੇਸ਼ੱਕ ਇਹ ਦੋ ਘਟਨਾਵਾਂ ਵੱਖੋ ਵੱਖਰੀਆਂ ਨੇ, ਦੋਨਾਂ ਦੇ ਕਾਰਨ ਜਿਹੜੇ ਉਹ ਵੱਖੋ ਵੱਖਰੇ ਨੇ, ਪਰ ਇਹਨਾਂ ਦੀ ਇੱਕ ਗੱਲ ਜਿਹੜੀ ਹੈ ਜੀ ਸਾਂਝੀ ਉਹ ਇਹ ਆ ਕਿ ਪੁੱਤਾਂ ਦੇ ਵੱਲੋਂ ਮਾਂ ਜਿਹੜੀ ਹੈ ਜੀ ਉਹ ਕਤਲ ਹੋਈ ਹੈ ਪੰਜਾਬ ਦੇ ਵਿੱਚ, ਇੱਕ ਜਗ੍ਹਾ ਨਹੀਂ ਦੋ ਜਗ੍ਹਾ ਦੇ ਉੱਤੇ ਸੇਮ ਡੇ ਤੇ। ਜੀ 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 ਅਤੇ ਅੱਗੇ ਆਪਾਂ ਵਧਦੇ ਹਾਂ ਬੰਨੂ ਜੀ, ਵੀ ਭਰਤੀ ਘੁਟਾਲੇ ਨੂੰ ਲੈ ਕੇ ਵਿਜੀਲੈਂਸ ਫੂਕ ਕੇ ਪੈਰ ਧਰ ਰਹੀ ਆ ਵੀ ਕਿਤੇ ਜਿਹੜੀਆਂ ਤਾਰਾਂ ਅਕਾਲੀ ਦਲ ਨੂੰ ਜਿਹੜੀਆਂ ਜੁੜਦੀਆਂ ਆ ਉਹਨਾਂ ਦੇ ਹੱਥੀਂ ਨਾ ਜੁੜ ਜਾਣ। ਜੁੜ ਤਾਂ ਜਿਹੜੀਆਂ ਦੀ ਉਹ ਰਹੀਆਂ ਨੇ ਡਾਇਰੈਕਟ ਜਾ ਕੇ ਸ਼ਾਮ ਲਾਲ ਡੱਡੀ ਜਿਹੜਾ ਗ੍ਰਿਫਤਾਰ ਕੀਤਾ ਗਿਆ, ਜਿਹਦਾ ਚਰਚਾ ਆਪਾਂ ਪਿਛਲੇ ਕਾਫੀ ਦਿਨਾਂ ਤੋਂ ਪੰਜਾਬੀ ਰੇਡੀਓ USA ਤੇ ਜਿਹੜਾ ਜੀ ਉਹ ਕਰਦੇ ਰਹੇ ਹਾਂ ਕਿ ਸ਼ਾਮ ਲਾਲ ਡੱਡੀ ਕੌਣ ਆ, ਕਿਵੇਂ ਇਹ ਵਧਿਆ ਫੁੱਲਿਆ ਦਿਨਾਂ ਦੇ ਵਿੱਚ, ਕਿੱਦਾਂ ਜਿਹੜਾ ਜੀ 10 ਲੱਖ ਤੋਂ ਲੈ ਕੇ 30 ਲੱਖ ਰੁਪਏ ਤੱਕ ਜਿਹੜੀਆਂ ਨੌਕਰੀਆਂ ਉਹ ਵੇਚੀਆਂ ਗਈਆਂ। ਡੱਡੀ ਦਾ ਤੇ ਬਿੱਟੂ ਸਰਪੰਚ ਦਾ ਕੀ ਰੋਲ ਰਿਹਾ। ਬਿੱਟੂ ਸਰਪੰਚ ਵੀ ਇੱਕ ਦੂਜਾ ਨਾਮ ਹੈ ਜੀ, ਉਹ ਵੀ ਅਕਾਲੀ ਦਲ ਦੇ ਨਾਲ ਸੰਬੰਧਿਤ ਆ। ਸ਼ਾਮ ਲਾਲ ਡੱਡੀ ਵੀ ਅਕਾਲੀ ਦਲ ਦੇ ਨਾਲ ਜਿਹੜਾ ਜੀ ਉਹ ਸੰਬੰਧਿਤ ਆ। ਇਹ ਦਿਨਾਂ ਦੇ ਵਿੱਚ ਜਿਹੜਾ ਜੀ ਉਹ ਤੁਸੀਂ ਇਹ ਕਹੋ ਭੰਬੂਕੇ ਵਾਂਗੂ ਉੱਪਰ ਜਿਹੜਾ ਜੀ ਆਏ, ਅੰਨਾ ਪੈਸਾ ਜਿਹੜਾ ਜੀ ਇਹਨਾਂ ਨੇ ਇਕੱਠਾ ਕੀਤਾ। ਸ਼ਾਮ ਲਾਲ ਡੱਡੀ ਤਾਂ ਫੜਿਆ ਗਿਆ, ਬਿੱਟੂ ਸਰਪੰਚ ਦੀ ਗ੍ਰਿਫਤਾਰੀ ਦੇ ਵਾਸਤੇ ਕਾਫੀ ਥਾਵਾਂ ਦੇ ਉੱਤੇ ਛਾਪੇਮਾਰੀ ਹੋਈ ਹੈ। ਬਿੱਟੂ ਸਰਪੰਚ ਦੇ ਵੀ ਕਿਉਂਕਿ ਲਿੰਕ ਹੋਣਗੇ ਜੀ, ਜਿੱਥੇ ਛਾਪੇਮਾਰੀ ਹੁੰਦੀ ਵਿਜੀਲੈਂਸ ਦੀ ਤੇ ਉਹ ਉਦੋਂ ਪਹਿਲਾਂ ਉੱਥੋਂ ਨਿਕਲ ਜਾਂਦਾ। ਕੱਲ ਇਹ ਹਾਲਾਤ ਜਿਹੜੇ ਸੀਗੇ ਮਲੋਟ ਤੇ ਨੇੜੇ ਤੇੜੇ ਦੇ ਏਰੀਏ ਦੇ ਵਿੱਚ ਜਿਹੜਾ ਬਣੇ ਰਹੇ, ਭਾਵ ਕਿ ਉਹਦੀ ਜਿਹੜੀ ਇਨਫੋਰਮੇਸ਼ਨ ਹੈ ਪੁਲਿਸ ਨਾਲੋਂ ਜ਼ਿਆਦੀ ਆ, ਵਿਜੀਲੈਂਸ ਨਾਲੋਂ ਜ਼ਿਆਦੀ ਆ, ਉਹ ਅਜੇ ਤੱਕ ਕਾਬੂ ਨਹੀਂ ਆਇਆ। ਸ਼ਾਮ ਲਾਲ ਡੱਡੀ ਦੇ ਘਰ ਦੇ ਉੱਤੇ ਛਾਪੇਮਾਰੀ ਹੋਈ ਆ, ਉਹਦੇ ਦਫ਼ਤਰਾਂ ਦੀ ਫਰੋਲਾ ਫਰਾਲੀ ਜਿਹੜੀ ਹੈ ਜੀ ਉਹ ਵਿਜੀਲੈਂਸ ਵਿਭਾਗ ਦੇ ਵੱਲੋਂ ਕੀਤੀ ਗਈ ਆ। ਦੇਖੋ ਇਹ ਆਪਣੇ ਆਪ ਦੇ ਵਿੱਚ ਹੀ ਸਵਾਲ ਹੈ, ਕਿੰਨੇ ਦਿਨਾਂ ਦਾ ਭਰਤੀ ਘੁਟਾਲਾ ਹੋਇਆ। ਜੇ ਸ਼ਾਮ ਲਾਲ ਡੱਡੀ ਗ੍ਰਿਫਤਾਰ ਨਹੀਂ ਸੀ ਹੋਇਆ, ਉਹਦੇ ਦਫ਼ਤਰਾਂ ਘਰਾਂ ਦੇ ਉੱਤੇ ਛਾਪੇਮਾਰੀ ਉਦੋਂ ਹੀ ਹੋ ਸਕਦੀ ਸੀ। ਕਮਲਾ ਦਾ ਕੋਈ ਹੈ ਨਹੀਂ ਗਾ ਜੀ ਜਿਹੜਾ ਇੰਨੀ ਦੇਰ ਉੱਥੇ ਕੋਈ ਕਾਗਜ਼ ਪੱਤਰ ਸਾਹਮਣੇ ਰੱਖੇ ਹੋਣਗੇ, ਵਿਜੀਲੈਂਸ ਵਿਭਾਗ ਆਊਗਾ ਤੇ ਉਹ ਚੁੱਕ ਕੇ ਲੈ ਜਾਊਗਾ। ਇਉਂ ਲੱਗਦਾ ਜੀ ਕਿ ਇਹ ਬਹੁਤਾ ਕੁਝ ਜਿਹੜਾ ਜੀ ਐਵੇਂ ਅਥਰੂ ਪੂੰਝਣ ਦੇ ਵਾਸਤੇ ਹੀ ਕੀਤਾ ਜਾ ਰਿਹਾ। ਜਿਹੜੇ ਵਿਜੀਲੈਂਸ ਵਿਭਾਗ ਹੈ ਜੀ ਉਹਨੂੰ ਵੀ ਇਹ ਲੱਗਦਾ ਜੀ ਕਿ ਇਹ ਤਾਰਾਂ ਕਿਤੇ ਨਾ ਕਿਤੇ ਉੱਤੇ ਜਾ ਕੇ ਜਿਹੜੀਆਂ ਜੀ ਉਹ ਜੁੜ ਰਹੀਆਂ ਨੇ, ਇਸ ਕਰਕੇ ਉਹਨਾਂ ਦੇ ਵੱਲੋਂ ਬੜਾ ਫੂਕ ਕੇ ਪੈਰ ਜਿਹੜੇ ਆ ਜੀ ਉਹ ਰੱਖੇ ਜਾ ਰਹੇ ਆ ਕਿ ਕੋਈ ਵੱਡਾ ਨਾਮ ਨਾ ਆ ਜਾਵੇ। ਵੱਡਾ ਨਾਮ ਮਾਲਵੇ ਦਾ ਇੱਕ ਇਹਦੇ ਵਿੱਚ ਆ ਰਿਹਾ ਜੀ। ਦੋ ਜਿਹੜੀਆਂ ਵਿਰੋਧੀ ਧਿਰਾਂ ਨੇ, ਕਾਂਗਰਸ ਤੇ ਆਮ ਆਦਮੀ ਪਾਰਟੀ, ਉਹ ਘੇਰਨ ਦੇ ਯਤਨਾਂ ਦੇ ਵਿੱਚ ਨੇ ਜੀ ਸਰਕਾਰ ਨੂੰ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਕਿਹਾ ਜੀ ਕਿ ਜੇ ਜਾਂਚ ਪ੍ਰੋਪਰ ਹੋ ਜਾਵੇ ਤੇ ਇਹਦੀਆਂ ਸਿੱਧਾ ਜਿਹੜਾ ਜੀ ਨਾਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਇਹਦੇ ਨਾਲ ਜਿਹੜਾ ਜੀ ਜੁੜ ਜਾਣਾ ਆ ਕੇ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਉਹਦੇ ਵਿੱਚ ਇਹ ਗੱਲ ਜਿਹੜੀ ਆਖੀ ਗਈ ਆ ਕਿ ਹੁਣ ਜਦੋਂ ਕਿ ਸ਼ਾਮ ਲਾਲ ਡੱਡੀ ਦੀ ਗ੍ਰਿਫਤਾਰੀ ਹੋ ਗਈ ਆ ਤੇ ਇਹ ਗੱਲ ਜਿਹੜੀ ਹੈ ਜੀ ਬਿਲਕੁਲ ਨੰਗੀ ਚਿੱਟੀ ਹੋ ਕੇ ਸਾਹਮਣੇ ਆ ਗਈ ਆ ਕਿ ਇਹਦੇ ਵਿੱਚ ਦਿਆਲ ਸਿੰਘ ਕੋਲਿਆਂ ਵਾਲੀ ਜਿਹੜੇ ਨੇ ਉਹਨਾਂ ਦਾ ਨਾਮ ਵੀ ਬੋਲਦਾ। ਇਸ ਕਰਕੇ ਉਹਨਾਂ ਦੀ ਗ੍ਰਿਫਤਾਰੀ ਵੀ ਜਿਹੜੀ ਆ ਇਸ ਮਸਲੇ ਦੇ ਉੱਤੇ, ਇਸ ਮਾਮਲੇ ਦੇ ਉੱਤੇ ਹੋਣੀ ਚਾਹੀਦੀ ਹੈ। ਧਿਰਾਂ ਜਿਹੜੀਆਂ ਜੀ ਉਹ ਇਹ ਵੀ ਕਹਿੰਦੀਆਂ ਨੇ ਕਿ ਹੋਣਾ ਹਾਣਾ ਕੱਖ ਨਹੀਂ ਗਾ ਜੀ, ਇਹ ਸਿਰਫ ਅੱਖਾਂ ਜਿਹੜੀਆਂ ਜੀ ਉਹ ਪੂੰਝੀਆਂ ਜਾ ਰਹੀਆਂ ਨੇ। ਕੁਝ ਦਿਨਾਂ ਦੀ ਕਹਾਣੀ ਹੈ। ਡੱਡੀ ਜਿਹੜਾ ਜੀ ਉਹਨੂੰ ਫੜ ਲਿਆ ਗਿਆ, ਮੁੜ ਕੇ ਕੁਝ ਸਮੇਂ ਤੋਂ ਬਾਅਦ ਜਿਹੜਾ ਜੀ ਬਾਹਰ ਆ ਜਾਊਗਾ। ਫਿਰ ਕਿਸੇ ਨੇ ਜਿਹੜਾ ਜੀ ਇਹਦੇ ਸਬੰਧ ਦੇ ਵਿੱਚ ਪੁੱਛਣਾ ਨਹੀਂ ਗਾ ਕਿਸੇ ਨੂੰ। ਜਿਵੇਂ ਨਕਲੀ ਪੈਸਟੀਸਾਈਡ ਵਾਲਾ ਮਾਮਲਾ ਬਿਲਕੁਲ ਹੀ ਖਤਮ ਜਿਹੜਾ ਜੀ ਉਹ ਕਰ ਦਿੱਤਾ ਗਿਆ, ਉਸੇ ਤਰੀਕੇ ਦੇ ਨਾਲ ਇਹ ਵੀ ਜਿਹੜਾ ਭਰਤੀ ਘੁਟਾਲਾ ਆ ਇਹ ਕੱਲ ਦੀ ਗੱਲ ਹੀ ਹੋ ਜਾਊਗਾ ਆਉਂਦੇ ਦਿਨਾਂ 'ਚ। ਜੀ ਅੱਗੇ ਵਧਦੇ ਹਾਂ ਜੀ। ਜਗਬੀਰ ਹੁਣਾਂ ਦੀ ਤੇ ਮਨਪ੍ਰੀਤ ਹੁਣਾਂ ਦੀ ਤਕਰੀਬਨ 4.5 ਸਾਲ ਬਾਅਦ ਮਿਲਾਪ ਹੋਵੇਗਾ। ਐਕਚੁਅਲੀ ਜੀ ਇਹ ਦੋਵੇਂ ਭਰਾ ਜਿਹੜੇ ਜੀ ਸਿਆਸਤ ਦੇ ਵਿੱਚ ਰਹੇ ਨੇ ਔਰ
ਤਕਰੀਬਨ 4.5 ਸਾਲ ਪਹਿਲਾਂ ਇਹਨਾਂ ਦਾ ਤੋੜ ਵਿਛੋੜਾ ਜਿਹੜਾ ਹੋ ਗਿਆ ਸੀਗਾ, ਜਦੋਂ ਇਹ PPP ਦੇ ਵਿੱਚ ਸਨ ਔਰ ਕੈਪਟਨ ਅਮਰਿੰਦਰ ਸਿੰਘ ਹੋਰੀ ਪੱਟ ਕੇ ਲੈ ਗਏ ਸੀ 2 ਜਣਿਆਂ ਨੂੰ, ਇੱਕ ਕਿੱਕੀ ਤੇ ਇੱਕ ਜਗਬੀਰ ਨੂੰ। ਔਰ PPP ਦਾ ਲੱਕ ਜਿਹੜਾ ਸੀਗਾ ਉਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਤੋੜਿਆ ਸੀਗਾ ਜੀ, ਇਹਨਾਂ ਦੋਨਾਂ ਨੂੰ ਜਿਹੜਾ ਜੀ ਕਾਂਗਰਸ ਦੇ ਵਿੱਚ ਸ਼ਾਮਲ ਕਰਕੇ। ਹੁਣ ਕਿਉਂਕਿ ਹਾਲਾਤ ਜਿਹੜੇ ਜੀ ਇੱਦਾਂ ਦੇ ਬਣ ਗਏ, ਜਿਹੜੇ ਮਨਪ੍ਰੀਤ ਬਾਦਲ ਹੋਰੀ ਉਹ ਵੀ ਕਾਂਗਰਸ ਦੇ ਵਿੱਚ ਆ ਗਏ ਤੇ ਇੱਕੋ ਪਾਰਟੀ ਦੇ ਵਿੱਚ ਦੋਨੋਂ ਜਿਹੜੇ ਜੀ ਫੇਰ ਇਕੱਠੇ ਹੋ ਗਏ। ਹੁਣ ਜਿਹੜਾ ਜੀ ਜਲੰਧਰ ਦੇ ਵਿੱਚ ਅੱਜ ਜਿਹੜਾ ਸਮਾਗਮ ਹੋਣਾ, ਜਿਹਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਜਾਣਾ ਤੇ ਉੱਥੋਂ ਦੇ ਸਾਬਕਾ ਵਿਧਾਇਕ ਜਿਹੜੇ ਨੇ ਜੀ ਜਗਬੀਰ ਸਿੰਘ ਬਰਾੜ, ਉਹ ਇਹਦਾ ਇੰਤਜ਼ਾਮ ਜਿਹੜਾ ਜੀ ਉਹ ਕਰ ਰਹੇ ਨੇ। ਇਹ ਗਿਣਤੀਆਂ ਮਿਣਤੀਆਂ ਨੇ ਕਿ ਦੋਨਾਂ ਦਾ ਜਿਹੜਾ ਮਿਲਾਪ ਹੈ ਜੀ ਇੱਕ ਵਾਰੀ ਫੇਰ ਜਿਹੜਾ ਹੋ ਰਿਹਾ, ਕਿਉਂਕਿ ਕੋਈ ਟਾਈਮ ਸੀਗਾ ਜਦੋਂ ਅਕਾਲੀ ਦਲ ਦੇ ਨਾਲ ਦੋਨੋਂ ਜਿਹੜੇ ਸੰਬੰਧਿਤ ਹੁੰਦੇ ਸੀਗੇ, ਅਕਾਲੀ ਦਲ ਨੂੰ ਵੱਡਾ ਵਕਤ ਜਿਹੜਾ ਜੀ ਇਹਨਾਂ ਦੋਨਾਂ ਨੇ ਰਲ ਕੇ ਹੀ ਪਾਇਆ ਸੀਗਾ ਤੇ ਤੀਜੀ ਧਿਰ ਉੱਭਰਨ ਦੇ ਉਦੋਂ ਵੀ ਸੰਕੇਤ ਬੜੇ ਵੱਡੇ ਰੂਪ ਦੇ ਵਿੱਚ ਉੱਭਰੇ ਸਨ। ਪਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ, ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 2 ਜਣਿਆਂ ਨੂੰ ਜਿਹੜਾ ਸੀਗਾ ਜੀ ਤੋੜ ਕੇ PPP ਦਾ ਲੱਕ ਜਿਹੜਾ ਸੀਗਾ ਉਹ ਤੋੜ ਦਿੱਤਾ ਸੀਗਾ। ਹੁਣ ਇਹ ਜਮਾ ਘਟਾਓ ਨੇ ਜੀ, ਦੋਨੋਂ ਫੇਰ ਜਿਹੜੇ ਜੀ ਉਹ ਇਕੱਠੇ ਨੇ ਇੱਕੋ ਪਾਰਟੀ ਦੇ ਵਿੱਚ। ਕੀ ਇਹ ਦੋਨੋਂ ਜਿਹੜੇ ਆ ਜੀ ਰਲ ਕੇ ਹੁਣ ਕਾਂਗਰਸ ਦਾ ਕੋਈ ਭਲਾ ਕਰ ਸਕਦੇ ਆ, ਇਹ ਵੇਖਣ ਵਾਲੀ ਗੱਲ ਹੋਊਗੀ ਜੀ। ਜੀ ਤੇ ਮਨਪ੍ਰੀਤ ਬਾਦਲ ਦੇ ਉੱਤੇ ਅਕਾਲੀ ਦਲ ਵਾਲਿਆਂ ਨੇ ਚੁਟਕੀ ਵੀ ਲਈ ਆ, ਕਹਿੰਦੇ ਇਹ ਤਾਂ ਸਿਆਸਤ ਬਦਲਣ ਆਏ ਸੀ, ਹੁਣ ਇਹ ਚਮਚਾਗਰੀ ਦੇ ਪਿੱਛੇ ਲੱਗੇ ਹੋਏ ਨੇ। ਜੀ ਬਿਲਕੁਲ, ਅਕਾਲੀ ਦਲ ਦਾ ਜਿਹੜਾ ਫਰਜ਼ ਵੀ ਬਣਦਾ ਜੀ ਇਹਦੇ ਉੱਤੇ ਕਹਿਣਾ, ਔਰ ਉਹਨਾਂ ਨੇ ਇਹ ਕਿਹਾ ਜੀ ਕਿ ਆਦਰਸ਼ਾਂ ਦੀ ਰਾਜਨੀਤੀ ਕਰਨ ਦੀ ਜਿਹੜੀ ਉਹ ਗੱਲ ਕਰਦੇ ਸੀਗੇ, ਪਰ ਹੁਣ ਜਿਹੜਾ ਜੀ ਕਾਂਗਰਸ ਦੇ ਵਿੱਚ ਪੈਰ ਜਮਾਉਣ ਦੇ ਵਾਸਤੇ ਉਹ ਚਮਚਾਗਰੀ ਦੇ ਉੱਤੇ ਜਿਹੜਾ ਜੀ ਉਹ ਉਤਰ ਆਏ ਨੇ। ਇਹ ਅਕਾਲੀ ਦਲ ਦੇ ਵੱਲੋਂ ਜਿਹੜਾ ਜੀ ਆਖਿਆ ਗਿਆ, ਇਹ ਪਰਸਨਲ ਹਮਲਾ ਹੈ ਜੀ, ਵੈਸੇ ਨਿੱਜੀ ਤੌਰ ਦੇ ਉੱਤੇ। ਤਾਂ ਜਿਹੜੇ ਸਵਾਲ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਉਠਾਏ ਨੇ ਜਾਂ ਉਠਾ ਰਹੇ ਨੇ, ਉਹ ਕਿਹਨੇ ਉਠਾਏ ਨੇ ਇਹ ਡਿਫਰੈਂਟ ਗੱਲ ਆ। ਮਨਪ੍ਰੀਤ ਸਿੰਘ ਬਾਦਲ ਹੋਰੀ ਉਹਦੇ ਉੱਤੇ ਰਹੇ ਜਾਂ ਨਹੀਂ ਰਹੇ, PPP ਦਾ ਕੀ ਬਣਿਆ, ਇਹ ਸਾਰੀਆਂ ਗੱਲਾਂ ਜੇ ਪਾਸੇ ਕਰਤੀਆਂ ਜਾਣ ਤਾਂ ਜਿਹੜੇ ਸਵਾਲ ਨੇ ਉਹ ਤਾਂ ਅੱਜ ਵੀ ਖੜੇ ਨੇ ਨਾ ਜੀ, ਉਹਨਾਂ ਦਾ ਜਵਾਬ ਤਾਂ ਨਹੀਂ ਹੈਗਾ ਕਿਸੇ ਕੋਲ। ਜੀ ਜੀ ਅੱਗੇ ਵਧਦੇ ਹਾਂ। ਆਮ ਆਦਮੀ ਪਾਰਟੀ ਦੇ ਜਿਹੜੇ 24 ਚੀਫ ਪਾਰਲੀਮੈਂਟਰੀ ਸਕੱਤਰ ਆ, ਉਹਨਾਂ ਦੀ ਬਰਖਾਸਤਗੀ ਦੀ ਮੰਗ ਕੀਤੀ ਆ। ਨਹੀਂ, ਆਮ ਆਦਮੀ ਪਾਰਟੀ ਦੇ ਜਿਹੜੇ ਇੱਥੇ ਲੀਗਲ ਸੈੱਲ ਦੇ ਮੁਖੀ ਨੇ ਹਿੰਮਤ ਸਿੰਘ ਸ਼ੇਰਗਿੱਲ ਹੋਰੀ, ਉਹਨਾਂ ਨੇ ਅਕਾਲੀ ਭਾਜਪਾ ਦੇ ਜਿਹੜੇ ਚੀਫ ਪਾਰਲੀਮੈਂਟਰੀ ਸੈਕਟਰੀ ਨੇ ਜੀ, ਉਹਨਾਂ ਦੀ ਬਰਖਾਸਤੀ ਦੀ ਮੰਗ ਜਿਹੜੀ ਕੀਤੀ ਹੈ। ਇਹਦੇ ਸੰਬੰਧੀ ਉਹਨਾਂ ਨੇ ਇੱਕ ਜਿਹੜਾ ਮੰਗ ਪੱਤਰ ਹੈ ਉਹ ਪੰਜਾਬ ਦੇ ਵਿੱਚ ਜਿਹੜੇ ਚੋਣ ਅਧਿਕਾਰੀ ਨੇ ਜੀ, ਮੁੱਖ ਚੋਣ ਅਧਿਕਾਰੀ ਨੇ ਪੰਜਾਬ ਦੇ, ਉਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਜਿਹੜਾ ਜੀ ਦਿੱਤਾ। ਉਹਨਾਂ ਨੇ ਇਹਦੇ ਵਿੱਚ ਸਵਾਲ ਇਹ ਉਠਾਇਆ ਕਿ ਜਿਹੜੀ ਧਾਰਾ 191 ਹੈ ਉਹਦੇ ਤਹਿਤ ਜਿਹੜਾ ਕੋਈ ਵੀ ਵਿਧਾਇਕ ਹੈ ਉਹ ਲਾਭ ਵਾਲਾ ਅਹੁਦਾ ਨਹੀਂ ਲੈ ਸਕਦਾ। ਇਹ ਜਿਹੜੇ 24 ਚੀਫ ਪਾਰਲੀਮੈਂਟਰੀ ਸੈਕਟਰੀ ਬਣਾਏ ਨੇ ਪੰਜਾਬ ਸਰਕਾਰ ਨੇ, ਇਹਨਾਂ ਨੂੰ 1-1 ਲੱਖ ਰੁਪਈਆ ਤਨਖਾਹ ਜਿਹੜੀ ਹੈ ਜੀ ਉਹ ਦਿੱਤੀ ਜਾਂਦੀ ਆ। ਇਹਨਾਂ ਨੂੰ ਗੱਡੀ ਜਿਹੜੀ ਹੈ ਜੀ ਉਹ ਮਹਿੰਗੀ ਦਿੱਤੀ ਗਈ ਆ। ਇਹਨਾਂ ਨੂੰ ਕੋਠੀਆਂ ਜਿਹੜੀਆਂ ਦੀ ਉਹ ਦਿੱਤੀਆਂ ਗਈਆਂ ਨੇ। ਜੇ ਕਿਸੇ ਨੇ ਕੋਠੀ ਨਹੀਂ ਲਈ ਤਾਂ ਉਹਨੂੰ 50,000 ਰੁਪਈਆ ਕਿਰਾਇਆ ਮਹੀਨੇ ਦਾ ਜਿਹੜਾ ਜੀ ਉਹ ਸਰਕਾਰੀ ਖਜ਼ਾਨੇ 'ਚੋਂ ਜਾ ਰਿਹਾ। ਇਹਨਾਂ ਨੂੰ ਭੱਤੇ ਜਿਹੜੇ ਨੇ ਜਿਹਦੇ ਵਿੱਚ ਤੇਲ ਫੂਕਣਾ ਤੇ ਹੋਰ ਜਿਹੜਾ ਸਮਾਨ ਆ ਜੀ ਉਹ ਸਾਰਾ ਸ਼ਾਮਲ ਹੈ। ਹਿੰਮਤ ਸਿੰਘ ਸ਼ੇਰਗਿੱਲ ਉਹਨਾਂ ਦੇ ਵੱਲੋਂ ਦਿੱਤੇ ਗਿਆ ਜਿਹੜਾ ਮੰਗ ਪੱਤਰ ਆ, ਉਹਦੇ ਵਿੱਚ ਇਹ ਮੰਗ ਕੀਤੀ ਗਈ ਆ ਕਿ ਚੋਣ ਕਮਿਸ਼ਨ ਜਿਹੜਾ ਜੀ ਇਹਨਾਂ ਨੂੰ ਬਰਖਾਸਤ ਕਰੇ। ਮਾਮਲਾ ਜਿਹੜਾ ਜੀ ਇਹ ਦਿੱਲੀ ਤੋਂ ਬਾਅਦ ਜਿਹੜਾ ਜ਼ਿਆਦਾ ਹਾਈਲਾਈਟ ਹੋਇਆ। ਦਿੱਲੀ ਜਿੱਥੇ ਕਿ ਆਮ ਆਦਮੀ ਪਾਰਟੀ ਨੇ ਉੱਥੇ 21 ਜਿਹੜੇ ਚੀਫ ਪਾਰਲੀਮੈਂਟਰੀ ਸੈਕਟਰੀ ਬਣਾ ਲਏ ਸੀਗੇ। ਬੇਸ਼ੱਕ ਉਹਨਾਂ ਦਾ ਤੇ ਬਾਕੀ ਸੂਬਿਆਂ ਦੇ ਵਿੱਚ ਬਣਾਏ ਹੋਏ ਚੀਫ ਪਾਰਲੀਮੈਂਟਰੀ ਸੈਕਟਰੀ ਜਿਹੜੇ ਨੇ ਉਹਦੇ 'ਚ ਫਰਕ ਹੈ। ਫਰਕ ਇਹ ਹੈ ਜੀ ਕਿ ਚਾਹੇ ਉਹ ਗੁਜਰਾਤ ਦੇ ਹੋਣ ਚੀਫ ਪਾਰਲੀਮੈਂਟਰੀ ਸੈਕਟਰੀ, ਚਾਹੇ ਰਾਜਸਥਾਨ ਦੇ ਹੋਣ, ਚਾਹੇ ਪੰਜਾਬ ਦੇ ਹੋਣ, ਪੱਛਮੀ ਬੰਗਾਲ ਦੇ ਹੋਣ, ਇਹ ਸਾਰੇ ਜਿਹੜੇ ਨੇ ਇਹ ਲਾਭ ਵਾਲੇ ਅਹੁਦੇ ਲੈਂਦੇ ਨੇ। ਐਕਸਟਰਾ ਤਨਖਾਹ ਦਿੱਤੀ ਜਾਂਦੀ ਆ, ਭੱਤੇ ਦਿੱਤੇ ਜਾਂਦੇ ਨੇ, ਕੋਠੀਆਂ ਦਿੱਤੀਆਂ ਜਾਂਦੀਆਂ ਨੇ, ਕਾਰਾਂ ਦਿੱਤੀਆਂ ਜਾਂਦੀਆਂ ਨੇ। ਦਿੱਲੀ ਦੇ ਵਿੱਚ ਜਿਹੜੇ ਚੀਫ ਪਾਰਲੀਮੈਂਟਰੀ ਸੈਕਟਰੀ ਬਣਾਏ ਗਏ ਨੇ ਉਹਨਾਂ ਨੂੰ ਕੋਈ ਐਕਸਟਰਾ ਜਿਹੜਾ ਜੀ ਬੈਨੀਫਿਟ ਨਹੀਂ ਦਿੱਤਾ ਜਾਂਦਾ, ਨਾ ਕੋਈ ਐਕਸਟਰਾ ਤਨਖਾਹ ਜਿਹੜੀ ਆ ਉਹ ਦਿੱਤੀ ਜਾਂਦੀ ਆ। ਹਾਲਾਂਕਿ ਜਿਹੜੇ 21 ਚੀਫ ਪਾਰਲੀਮੈਂਟਰੀ ਸੈਕਟਰੀ ਨੇ ਉਹਨਾਂ ਦੇ ਉੱਤੇ ਬਰਖਾਸਤੀ ਦੀ ਤਲਵਾਰ ਜਿਹੜੀ ਆ ਉਹ ਦਿੱਲੀ ਦੇ ਵਿੱਚ ਲਟਕ ਰਹੀ ਆ। ਜਿਹੜਾ ਚੋਣ ਕਮਿਸ਼ਨ ਹੈ ਉਹਨੇ 14 ਜੁਲਾਈ ਨੂੰ ਇਹਦੇ ਸਬੰਧ ਦੇ ਵਿੱਚ ਜਿਹੜੀ ਹੈ ਜੀ ਸੁਣਵਾਈ ਕਰਨੀ ਹੈ। ਸ਼ਾਇਦ ਇਹ ਇੱਕ ਸਿਆਸੀ ਪੈਂਤੜਾ ਜਿਹੜਾ ਜੀ ਉਹ ਹੋ ਸਕਦਾ ਆਮ ਆਦਮੀ ਪਾਰਟੀ ਦਾ ਕਿ ਜਿੱਥੇ ਜਿੱਥੇ ਜਿਹੜੇ ਸੂਬਿਆਂ ਦੇ ਵਿੱਚ ਚੀਫ ਪਾਰਲੀਮੈਂਟਰੀ ਸੈਕਟਰੀ ਬਣਾਏ ਹੋਏ ਨੇ ਉਹਨੂੰ ਵੀ ਉਭਾਰਿਆ ਜਾਵੇ, ਤਾਂ ਕਿ ਜਿਹੜੀਆਂ ਬਾਕੀ ਪਾਰਟੀਆਂ ਨੇ ਉਹ ਵੀ ਕਿਤੇ ਜਿਹੜਾ ਜੀ ਹਮਲਾ ਕਰਨ ਦੇ ਰੌਂ ਦੇ ਵਿੱਚ ਨਾ ਹੋਣ ਕਿ ਦਿੱਲੀ ਦੇ ਉੱਤੇ, ਕਿਉਂਕਿ ਦਿੱਲੀ ਦੇ ਜਿਹੜੇ 21 ਨੇ ਉਹਨਾਂ ਦੇ ਬਾਰੇ ਦੇ ਵਿੱਚ ਅਕਾਲੀ ਨਹੀਂ ਬੋਲਦੇ ਬਿਲਕੁਲ, ਨਾ ਜਿਹੜੀ ਹੈ ਜੀ ਬਹੁਤੀ BJP ਬੋਲ ਰਹੀ ਆ। ਕਿਉਂਕਿ ਜਿੱਥੇ ਜਿੱਥੇ ਉਹਦੀ ਸਰਕਾਰ ਆ ਉੱਥੇ ਉਹਨੇ ਵੀ ਚੀਫ ਪਾਰਲੀਮੈਂਟਰੀ ਸੈਕਟਰੀ ਜਿਹੜੇ ਆ ਜੀ ਉਹ ਬਣਾਏ ਹੋਏ ਨੇ।
ਜੀ ਜੀ ਬਿਲਕੁਲ। ਅੱਗੇ ਅੱਗੇ ਵੱਧਦੇ ਹਾਂ ਆਪਾਂ ਪਨੂੰ ਜੀ ਵੀ ਸ਼੍ਰੀ ਗੁਰੂ ਰਾਮਦਾਸ ਸਰਾਂ ਦਾ ਕੰਮ ਜਿਹੜਾ ਢਾਉਣ ਦੀ ਗੱਲ ਕਰ ਰਹੇ ਸੀ ਉਸ ਨੂੰ ਅੱਗੇ ਪਾਇਆ SGPC ਨੇ। ਐਕਚੁਅਲੀ ਜੀ ਪਿਛਲੇ ਕੁਝ ਦਿਨਾਂ ਤੋਂ ਇਹ ਵਾਹਵਾ ਜਿਹੜਾ ਜੀ ਉਹ ਚਰਚਿਤ ਹੋਇਆ ਮਾਮਲਾ ਗੁਰੂ ਰਾਮਦਾਸ ਸਰਾਂ ਜਿਹੜੀ ਹੈ ਜੀ ਉਹਨੂੰ ਢਾਉਣ ਦਾ ਕੰਮ 2 ਜੁਲਾਈ ਤੋਂ ਸ਼ੁਰੂ ਹੋਣਾ ਸੀਗਾ ਜੀ। ਆਖਿਆ ਇਹ ਗਿਆ ਸੀਗਾ ਕਿ ਇਹ ਬਿਲਡਿੰਗ ਜਿਹੜੀ ਆ ਪੁਰਾਣੀ ਹੋ ਗਈ ਆ, ਇਹਨੂੰ ਢਾਹ ਕੇ ਨਵੀਂ ਸਰਾਂ ਜਿਹੜੀ ਹੈ ਜੀ ਬਣਾਈ ਜਾਊਗੀ। ਔਰ ਇਹ ਕਿਹਾ ਗਿਆ ਸੀਗਾ ਕਿ ਜਿਹੜੇ ਇਹਦੇ ਕਮਰੇ ਨੇ ਉਹਨਾਂ ਨੂੰ ਨਵੇਂ ਤਰੀਕੇ ਦੇ ਨਾਲ ਉਸਾਰਿਆ ਜਾਊਗਾ। ਪੁਰਾਤਨ ਜਿਹੜੀ ਬਿਲਡਿੰਗ ਹੈ ਜੀ ਉਹਨੂੰ ਪ੍ਰੀਜ਼ਰਵ ਕਿਉਂ ਨਹੀਂ ਕੀਤਾ ਜਾ ਰਿਹਾ, ਇਹਦੇ ਸੰਬੰਧੀ ਤਰਕ ਜਿਹੜਾ ਸੀਗਾ ਜੀ ਉਹ ਬੜਾ ਅਜੀਬ ਸੀਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ। ਉਹ ਕਹਿੰਦੇ ਜਿਹੜੀ ਨਵੀਂ ਬਿਲਡਿੰਗ ਉਸਾਰਾਂਗੇ ਦਿੱਖ ਉਹਦੀ ਵੀ ਪੁਰਾਣੀ ਬਿਲਡਿੰਗ ਵਾਲੀ ਜਿਹੜੀ ਹੈ ਜੀ ਉਹ ਹੋਊਗੀ, ਕਿਉਂਕਿ ਬਹੁਤੇ ਜਿਹੜੇ ਮਾਹਰ ਨੇ ਉਹ ਇਹ ਮੰਨਦੇ ਨੇ ਬੇਸ਼ੱਕ ਇਤਿਹਾਸ ਦੇ ਨਾਲ ਇਹਦਾ ਨਾ ਕੋਈ ਸੰਬੰਧ ਹੋਵੇ ਜਿਹੜੀ ਗੁਰੂ ਰਾਮਦਾਸ ਸਰਾਂ, ਪਰ ਪੁਰਾਣੀ ਕੰਸਟਰਕਸ਼ਨ ਹੈ ਉਹਨੂੰ ਬੈਟਰ ਤਰੀਕੇ ਦੇ ਨਾਲ ਰਿਪੇਅਰ ਕਰਕੇ ਪੁਰਾਣੀ ਜਿਹੜੀ ਬਿਲਡਿੰਗ ਹੈ ਉਹਨੂੰ ਪ੍ਰੀਜ਼ਰਵ ਕੀਤਾ ਜਾ ਸਕਦਾ ਹੈ। ਉਹਦੀ ਕੰਸਟਰਕਸ਼ਨ ਅੱਜ ਦੀਆਂ ਨਵੀਆਂ ਕੰਸਟਰਕਸ਼ਨ ਦੇ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਹੈ। ਪੁਰਾਤਨ ਦਿੱਖ ਜਿਹੜੀ ਹੈ ਜੀ ਹੋਣ ਕਰਕੇ ਲੋਕਾਂ ਨੂੰ ਜਿਹੜਾ ਜੀ ਅਹਿਸਾਸ ਰਹਿੰਦਾ ਕਿ ਪੁਰਾਣੀ ਬਿਲਡਿੰਗ ਦੇ ਵਿੱਚ ਨੇ। ਨਵੀਂ ਬਿਲਡਿੰਗ ਦੇ ਵਿੱਚ ਕਿਉਂਕਿ ਜਦੋਂ ਕੰਟਰੈਕਟ ਦਿੱਤਾ ਜਾਣਾ ਉਹਦੇ ਉੱਤੇ ਕਈ ਕੁਛ ਮੁੜ ਕੇ ਜਿਹੜਾ ਜੀ ਉਹ ਸਾਹਮਣੇ ਆ ਜਾਣਾ ਕਿ ਕਿਹਨੂੰ ਦਿੱਤਾ ਗਿਆ ਕੰਟਰੈਕਟ, ਉਹਦੇ ਵਿੱਚ ਕਿੰਨਾ ਕੁਛ ਖਾਧਾ ਖਵਾਇਆ ਗਿਆ। ਜਦੋਂ ਇਹਦਾ ਰੌਲਾ ਰੱਪਾ ਜਿਹੜਾ ਜੀ ਉਹ ਪੈਣਾ ਸ਼ੁਰੂ ਹੋ ਗਿਆ ਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਾਲ ਦੀ ਘੜੀ ਜਿਹੜਾ ਜੀ ਇਹਦਾ ਜਿਹੜਾ 2 ਤਰੀਕ ਤੋਂ ਢਾਉਣਾ ਸ਼ੁਰੂ ਕਰਨਾ ਸੀਗਾ, ਇਹਦਾ ਕੰਮ ਜਿਹੜਾ ਜੀ ਉਹ ਰੋਕ ਦਿੱਤਾ। ਇਹ ਕਿਹਾ ਕਿ ਅਗਲੇ ਕੁਝ ਸਮੇਂ ਤੋਂ ਬਾਅਦ ਇਹਦਾ ਜਿਹੜਾ ਜੀ ਉਹ ਫੈਸਲਾ ਲਿਆ ਜਾਊਗਾ। ਉਹਨਾਂ ਨੇ ਕਿਹਾ ਕਿ ਨਵੀਂ ਸਰਾਂ ਜਿਹੜੀ ਬਣਨੀ ਸੀ ਇਹਦੇ ਵਿੱਚ 500 ਕਮਰੇ ਜਿਹੜੇ ਉਹ ਬਣਾਉਣੇ ਆ। ਇਹ ਜਿਹੜੀ ਹੈ ਜੀ 200 ਕਮਰੇ ਪਹਿਲਾਂ ਵਾਂਗ ਸ਼ਰਧਾਲੂਆਂ ਨੂੰ ਮੁਫਤ ਰਿਹਾਇਸ਼ ਦੇ ਵਾਸਤੇ ਜਿਹੜੇ ਜੀ ਉਹ ਦਿੱਤੇ ਜਾਣਗੇ, ਬਾਕੀ ਜਿਹੜੇ ਨੇ ਉਹਨਾਂ ਦੇ ਚਾਰਜਸ ਜਿਹੜੇ ਆ ਉਹ ਲਏ ਜਾਣਗੇ। ਸੋ ਇਹ ਨਹੀਂ ਦੱਸਿਆ ਗਿਆ ਜੀ ਕਿ ਕੰਟਰੈਕਟ ਕਿਹਨੂੰ ਦਿੱਤਾ ਗਿਆ, ਕਿਹੜੇ ਕਾਰ ਸੇਵਾ ਵਾਲੇ ਬਾਬੇ ਦੀ ਲਾਟਰੀ ਜਿਹੜੀ ਹੈ ਜੀ ਉਹ ਲੱਗੀ ਆ। ਹਾਲ ਦੀ ਘੜੀ ਇਹ ਕੰਮ ਠੱਪ ਹੋ ਗਿਆ। ਸ਼ਾਇਦ ਹੁਣ ਅੱਗੋਂ ਚੁੱਪ ਕੀਤਿਆਂ ਜਿਹੜਾ ਜੀ ਇਹਨੂੰ ਢੋਆ-ਢੁਆਈ ਜਿਹੜੀ ਹੈ ਜੀ ਇਹਦੀ ਉਹ ਕੀਤੀ ਜਾਊਗੀ। ਵੈਸੇ ਜੇ ਇਹਨਾਂ ਦਿਨਾਂ ਦੇ ਵਿੱਚ ਕਿਸੇ ਦਾ ਸਮਾਂ ਲੱਗਿਆ ਹੋਵੇ ਦਰਬਾਰ ਸਾਹਿਬ ਜਾਣ ਦਾ, ਜਿਉਂ ਤੁਸੀਂ ਪਾਰਕਿੰਗ ਤੋਂ ਤੁਰਦੇ ਹੋ ਜਿਹੜੀਆਂ ਮਾਰਕੀਟ ਹੈ ਜੀ ਉਹਨੂੰ ਢਾਉਣ ਦੇ ਵਾਸਤੇ ਘੱਟਾ ਮਿੱਟੀ ਇੰਨੇ ਬੁਰੇ ਤਰੀਕੇ ਦੇ ਨਾਲ ਉੱਥੇ ਜਿਹੜਾ ਜੀ ਉਹ ਉੱਡਦਾ। ਜੇ ਹੋ ਸਕਦਾ ਕਿ ਮਾੜਾ ਮੋਟਾ ਘੱਟ ਹੋਇਆ ਹੋਵੇ ਤੇ ਹੁਣ ਜਿਹੜਾ ਜੀ ਉਹ ਸਰਾਂ ਨੂੰ ਢਾਉਣ ਕਰਕੇ ਇੱਥੇ ਜਿਹੜਾ ਜੀ ਉਹ ਘੱਟਾ ਮਿੱਟੀ ਫੇਰ ਉੱਡਣਾ ਸ਼ੁਰੂ ਜਿਹੜਾ ਜੀ ਉਹ ਹੋ ਜਾਊਗਾ। ਮੇਰੀ ਕੱਲ ਵੀ ਕਿਸੇ ਦੇ ਨਾਲ ਗੱਲ ਹੋ ਰਹੀ ਸੀ ਕਿ ਜਿਹੜੇ ਲੋਕ ਅੱਜ ਤੋਂ 15-20 ਸਾਲ ਪਹਿਲਾਂ ਜਿਨ੍ਹਾਂ ਨੇ ਇਹ ਸਾਰਾ ਦੇਖਿਆ ਹੋਇਆ, ਜੇ ਅੱਜ ਦੇਖਣ ਉਹ ਵੇਖ ਕੇ ਹੈਰਾਨ ਹੁੰਦੇ ਨੇ ਜੀ ਕਿ ਗਲਿਆਰਾ ਯੋਜਨਾ ਤੇ ਜਿਹੜਾ ਜੀ ਜ਼ਮੀਨ ਦੋਜ਼ ਪਲਾਜ਼ਾ ਤੇ ਸੋ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਅਸਲ ਦੇ ਵਿੱਚ ਇਹਦੀ ਪੁਰਾਤਨ ਦਿੱਖ ਜਿਹੜੀ ਆ ਜੀ ਉਹਨੂੰ ਨਿਗਲ ਗਈਆਂ ਨੇ। ਜੀ ਬਿਲਕੁਲ। ਅੱਗੇ ਵੱਧਦੇ ਜਾਂਦੇ ਹਾਂ ਵੀ 90 ਕਰੋੜ ਦੀ ਪ੍ਰਾਪਰਟੀ ਹੁਣ ਤੱਕ ਜਿਹੜੀ ਪੰਜਾਬ ਸਰਕਾਰ ਵੇਚ ਚੁੱਕੀ ਆ ਸਿਰਫ ਤੇ ਜਿਹੜੀ ਟੂਰਿਜ਼ਮ ਡਿਪਾਰਟਮੈਂਟ ਦੇ ਨਾਲ ਸੰਬੰਧਿਤ ਆ ਪਿਛਲੇ 10 ਸਾਲਾਂ 'ਚ। ਬਿਲਕੁਲ ਜੀ। ਐਕਚੁਅਲੀ ਜਿਹੜੇ ਕੁਝ ਸੂਬੇ ਨੇ ਜਿਨ੍ਹਾਂ ਦੇ ਵਿੱਚ ਰਾਜਸਥਾਨ ਸ਼ਾਮਲ ਹੈ ਜੀ, ਹਿਮਾਚਲ ਸ਼ਾਮਲ ਹੈ। ਹਿਮਾਚਲ ਚਲੋ ਉੱਥੇ ਨੇਚਰ ਜਿਹੜੀ ਹੈ ਜੀ ਉਹ ਬਹੁਤ ਜ਼ਿਆਦੀ ਹੈ। ਹਾਂ ਇਹ ਗੱਲ ਵੱਖਰੀ ਹੈ ਕਿ ਆਪ ਹੀ ਮੋਰਚਾ ਲਾ ਕੇ ਅਸੀਂ ਵੱਖਰਾ ਕੀਤਾ ਹੋਇਆ ਜਿਹੜਾ ਉਹਨੂੰ ਜੀ ਕਿ ਚਾਹੀਦਾ ਨਹੀਂ ਸਾਨੂੰ ਟੂਰਿਜ਼ਮ, ਪਹਿਲਾਂ ਉਹ ਪਾਸੇ ਕੀਤਾ। ਜਿਹੜਾ ਪੰਜਾਬ ਦੇ ਵਿੱਚ ਟੂਰਿਜ਼ਮ ਕੋਈ ਘੱਟ ਨਹੀਂ ਹੈਗਾ ਜੀ, ਬਹੁਤ ਕੁਛ ਇੱਥੇ ਜਿਹੜਾ ਹੈਗਾ, ਪਰ ਟੂਰਿਜ਼ਮ ਨੂੰ ਕਦੀ ਵਧਾਇਆ ਹੀ ਨਹੀਂ ਗਿਆ ਜੀ। ਇਹਦੇ ਵੱਲ ਕਦੀ ਧਿਆਨ ਨਹੀਂ ਦਿੱਤਾ ਗਿਆ ਕਿ ਇਹਨੂੰ ਉਭਾਰਿਆ ਜਿਹੜਾ ਜੀ ਉਹ ਜਾ ਸਕੇ। ਰਾਜਸਥਾਨ ਵਰਗੇ ਜਿਹੜੇ ਸੂਬੇ ਨੇ ਉਹ ਸਮੁੱਚੀ ਉਹਨਾਂ ਦੀ ਰੋਜ਼ੀ ਰੋਟੀ ਇੱਥੋਂ ਜਿਹੜਾ ਜੀ ਉਹ ਚੱਲਦੀ ਆ ਟੂਰਿਜ਼ਮ ਡਿਪਾਰਟਮੈਂਟ ਤੋਂ। ਇੱਥੇ ਬਿਲਕੁਲ ਉਲਟਾ ਜੀ, ਇੱਥੇ ਕਹਿੰਦੇ ਕੋਈ ਖੋਲ ਕੇ ਦਿਖਾਵੇ ਜਿਹੜਾ ਜੀ ਟੂਰਿਜ਼ਮ। ਔਰ ਟੂਰਿਜ਼ਮ ਡਿਪਾਰਟਮੈਂਟ ਦੇ ਨਾਲ ਸੰਬੰਧਿਤ ਜਿਹੜੀਆਂ ਪ੍ਰੋਪਰਟੀਜ਼ ਨੇ ਉਹਨਾਂ ਨੂੰ ਜਿਹੜਾ ਨਾ ਜੀ ਅਰਥਚਾਰੇ ਦੀ ਦੇ ਵਿੱਚ ਝੋਕ ਦਿੱਤਾ ਗਿਆ। ਜਿਹੜੀ ਰਾਈਟ ਟੂ ਇਨਫੋਰਮੇਸ਼ਨ ਐਕਟ ਹੈ ਉਹਦੇ ਤਹਿਤ ਇਹ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਕਿ 10 ਸਾਲਾਂ ਦੇ ਵਿੱਚ 90 ਕਰੋੜ ਦੀ ਜਿਹੜੀ ਪ੍ਰਾਪਰਟੀ ਆ ਉਹ ਵੇਚ ਦਿੱਤੀ ਗਈ ਆ, ਸਰਕਾਰੀ ਜਿਹੜੀ ਪ੍ਰਾਪਰਟੀ ਸੀਗੀ ਜੀ। ਇਹਦੇ ਵਿੱਚ ਗੁਲਮੋਹਰ ਟੂਰਿਸਟ ਕੰਪਲੈਕਸ ਜਿਹੜਾ ਪਠਾਨਕੋਟ ਹੈ ਉਹਨੂੰ 5.25 ਕਰੋੜ ਰੁਪਈਏ ਦੇ ਵਿੱਚ ਵੇਚਿਆ ਗਿਆ। ਮੈਰੀਗੋਲਡ ਟੂਰਿਸਟ ਕੰਪਲੈਕਸ ਸੰਘੋਲ ਜਿਹੜਾ ਉਹਨੂੰ 1 ਕਰੋੜ 80 ਲੱਖ ਰੁਪਈਏ 'ਚ ਵੇਚਿਆ ਗਿਆ। ਗਾਰਡੇਨੀਅਨ ਟੂਰਿਸਟ ਕੰਪਲੈਕਸ ਕਪੂਰਥਲਾ ਨੂੰ 1 ਕਰੋੜ ਤੇ 5 ਲੱਖ ਰੁਪਈਏ 'ਚ ਵੇਚਿਆ ਗਿਆ ਜੀ। ਇਸੇ ਤਰੀਕੇ ਦੇ ਨਾਲ ਜਿੰਨੇ ਵੀ ਨੇ ਜੀ ਕਨੇਰ ਟੂਰਿਸਟ ਕੰਪਲੈਕਸ ਮੋਗਾ ਹੈ ਔਰ ਮਾਧੋਪੁਰ ਦੇ ਵਿੱਚ ਹੈ ਜੀ ਔਰ ਸ਼ੰਭੂ ਦੇ ਵਿੱਚ ਹੈ।
ਔਰ ਜਲੰਧਰ ਦੇ ਵਿੱਚ ਇਹ ਸਾਰੇ ਜਿਹੜੇ ਵੇਚੇ ਗਏ ਨੇ। 90 ਕਰੋੜ ਰੁਪਈਆ ਜਿਹੜਾ ਜੀ ਉਹ ਸੰਗਤ ਦਰਸ਼ਨਾਂ ਦੇ ਵਿੱਚ ਜਾਂ ਫਿਰ ਤਨਖਾਹਾਂ ਦੇਣ ਦੇ ਵਿੱਚ ਜਿਹੜਾ ਜੀ ਉਹ ਕਿਤੇ ਨਾ ਕਿਤੇ ਦਿੱਤਾ ਗਿਆ ਹੋਣਾ। ਇਹ ਬੇਸ਼ੱਕ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਤਹਿਤ ਇੰਨਾ ਪਤਾ ਲੱਗਾ ਜੀ ਕਿ 90 ਕਰੋੜ ਦੀ ਪ੍ਰਾਪਰਟੀ 10 ਸਾਲਾਂ ਦੇ ਵਿੱਚ ਜਿਹੜੀ ਆ ਉਹ ਵੇਚੀ ਗਈ ਆ ਜੀ। ਜੇ ਕਿਤੇ ਇਹਦੇ ਕੁਝ ਸਟੈਪ ਹੋਰ ਅੱਗੇ ਜਾਇਆ ਜਾਵੇ ਕਿ ਇਹ ਪ੍ਰਾਪਰਟੀ ਜਿਹੜੀ ਆ ਖਰੀਦੀ ਕਿਹਨਾਂ ਨੇ ਆ, ਉਹ ਜੇ ਆਵੇ ਤੇ ਇੱਕ ਵੱਖਰਾ ਘਪਲਾ ਸਾਹਮਣੇ ਆਉਣਾ। ਦੂਜਾ, ਜੇ ਕਿਤੇ ਇਹਦੀ ਇਹ ਛਾਣਬੀਣ ਕੀਤੀ ਜਾਵੇ ਕਿ ਇਹਦੀ ਰੀਅਲ ਜਿਹੜਾ ਜੀ ਉਹ ਪ੍ਰਾਈਜ਼ ਕੀ ਸੀਗੀ ਤੇ ਦਿੱਤੀ ਇਹ ਕਿੰਨੇ ਦੇ ਵਿੱਚ ਗਈ ਆ, ਇਹ ਇੱਕ ਡਿਫਰੈਂਟ ਜਿਹੜੀ ਆ ਜੀ ਉਹ ਗੱਲ ਹੋ ਸਕਦੀ ਹੈ। ਕਿਉਂਕਿ ਕੋਈ ਆਮ ਬੰਦਾ ਮਾਤੜ ਜਿਹੜਾ ਜੀ ਉਹਨੇ ਇਹ ਪ੍ਰਾਪਰਟੀਜ਼ ਨਹੀਂ ਖਰੀਦੀਆਂ ਹੋਣਗੀਆਂ। ਇਹ ਅੰਨਾ ਵੰਡੇ ਸੀਰ ਨਹੀਂ ਮੁੜ ਆਪਣਿਆਂ ਨੂੰ ਵਾਲੀ ਜਿਹੜੀ ਆ ਜੀ ਉਹ ਗੱਲ ਹੋਊਗੀ। ਵਿੱਚੋਂ ਹੀ ਕਿਸੇ ਨਾ ਕਿਸੇ ਨੂੰ ਜਿਹੜੀਆਂ ਜੀ ਇਹ ਦਿੱਤੀਆਂ ਗਈਆਂ ਨੇ ਕੌਡੀਆਂ ਦੇ ਭਾਅ। ਜੀ ਜੀ ਅੱਗੇ ਵਧਦੇ ਹਾਂ ਬਨੂ ਜੀ, ਵੀ ਮੋਦੀ ਹੁਣਾਂ ਦੇ ਨਾਮ ਦੇ ਖਿਲਾਫ ਇੱਕ ਕਿਤਾਬ ਜਿਹੜੀ ਆ ਛਪੀ ਆ, ਉਸ ਨੂੰ ਜਿਹੜਾ ਜੀ ਪਾਬੰਦੀ ਲਾਉਣ ਦੀ ਗੱਲ ਕਰ ਰਹੇ ਸੀ, ਪਰ ਗੁਜਰਾਤ ਹਾਈ ਕੋਰਟ ਨੇ ਉਹ ਪਾਬੰਦੀ ਲਾਉਣ ਤੋਂ ਮਨਾ ਕਰ ਦਿੱਤਾ। ਬਿਲਕੁਲ ਜੀ, ਇਹ ਐਕਚੁਅਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਜਿਹੜਾ ਜੀ ਮਜ਼ਾਕ ਉਡਾਉਂਦੀ ਇੱਕ ਗੁਜਰਾਤੀ ਕਿਤਾਬ ਹੈ, ਇਹਦੀ ਖਰੀਦ ਦੇ ਉੱਤੇ ਰੋਕ ਲਾਉਣ ਦੀ ਜਿਹੜੀ ਮੰਗ ਸੀ ਉਹ ਕੇਸ ਰੱਦ ਕਰ ਦਿੱਤਾ ਜੀ। ਕਿਤਾਬ ਦਾ ਨਾਮ ਹੈਗਾ ਜੀ ਫੇਕੂ ਜੀ ਹਵੇ ਦਿੱਲੀ ਮਾਂ। ਇਹ ਗੁਜਰਾਤੀ ਭਾਸ਼ਾ ਦੇ ਵਿੱਚ ਜਿਹੜੀ ਆ ਜੀ ਉਹ ਕਿਤਾਬ ਹੈ ਔਰ ਇਹ ਕਾਂਗਰਸੀ ਆਗੂ ਜੈਸ਼ ਸ਼ਾਹ ਨੇ ਜਿਹੜੀ ਆ ਜੀ ਉਹ ਲਿਖੀ ਆ। ਔਰ ਅਦਾਲਤ ਦੇ ਵਿੱਚ ਇਹ ਮਾਮਲਾ ਜਿਹੜਾ ਜੀ ਉਹ ਚਲੇ ਗਿਆ ਸੀਗਾ ਔਰ ਇਹ ਕਿਹਾ ਗਿਆ ਸੀਗਾ ਕਿ ਇਹ ਪ੍ਰਧਾਨ ਮੰਤਰੀ ਦੀ ਬੇਇੱਜ਼ਤੀ ਆ, ਇਸ ਕਿਤਾਬ ਦੇ ਉੱਤੇ ਪਾਬੰਦੀ ਲਾਈ ਜਾਵੇ। ਅਦਾਲਤ ਜਿਹੜੀ ਆ ਜੀ ਉਹ ਕਹਿੰਦੀ ਆ ਕਿ ਇਹ ਲਿਖਣ ਬੋਲਣ ਦੀ ਆਜ਼ਾਦੀ ਦੀ ਉਲੰਘਣਾ ਜਿਹੜੀ ਆ ਜੀ ਹੋਊਗੀ ਜੇ ਇਸ ਕਿਤਾਬ ਦੇ ਉੱਤੇ ਪਾਬੰਦੀ ਜਿਹੜੀ ਆ ਉਹ ਲਾਈ ਗਈ ਜੀ। ਇਹ ਕਿਤਾਬ ਜਿਹੜੀ ਆ ਜੀ ਨਰਿੰਦਰ ਮੋਦੀ ਹੋਰਾਂ ਦੇ ਵੱਲੋਂ 2014 ਦੀਆਂ ਲੋਕ ਸਭਾ ਚੋਣਾਂ ਦੇ ਸਮੇਂ ਕੀਤੇ ਗਏ ਜਿਹੜੇ ਵਾਅਦੇ ਨੇ ਉਹਨਾਂ ਦੇ ਉੱਤੇ ਆਧਾਰਿਤ ਹੈ। ਲੇਖਕ ਜਿਹੜਾ ਜੀ ਉਹ ਕਹਿੰਦਾ ਕਿ ਵਾਅਦਿਆਂ ਤੇ ਖਰੇ ਜਿਹੜੇ ਨੇ ਉਹ ਮੋਦੀ ਹੋਰੀ ਨਹੀਂ ਉਤਰੇ, ਜਿਹਦੇ ਕਰਕੇ ਉਹਨਾਂ ਨੇ ਇਹ ਕਿਤਾਬ ਜਿਹੜੀ ਆ ਜੀ ਉਹ ਲਿਖੀ ਆ। ਜਿਨ੍ਹਾਂ ਨੇ ਇਹ ਅਦਾਲਤ ਦੇ ਵਿੱਚ ਲੈ ਕੇ ਗਏ ਸੀ ਉਹਦਾ ਦੋਸ਼ ਇਹ ਸੀਗਾ ਜੀ ਕਿ ਇਹਦੀ ਸਮੱਗਰੀ ਜਿਹੜੀ ਆ ਜੀ ਉਹ ਅਪਮਾਨਜਨਕ ਹੈ, ਇਤਰਾਜ਼ਯੋਗ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਦਾ ਅਕਸ ਜਿਹੜਾ ਜੀ ਉਹ ਖਰਾਬ ਕੀਤਾ ਜਾ ਰਿਹਾ। ਇਹ ਕਿਤਾਬ ਜਿਹੜੀ ਆ ਜਦੋਂ ਤੋਂ ਇੱਥੇ ਰੋਕ ਲਾਉਣ ਦੀ ਮੰਗ ਹੋਈ ਹੈ ਤੇ ਇਹ ਉਦੋਂ ਤੋਂ ਕੁਝ ਜ਼ਿਆਦਾ ਜਿਹੜੀ ਆ ਜੀ ਵਿਕਣੀ ਸ਼ੁਰੂ ਹੋ ਗਈ ਆ ਤੇ ਹੁਣ ਅਦਾਲਤ ਦੇ ਵੱਲੋਂ ਫੈਸਲਾ ਆਉਣ ਤੋਂ ਬਾਅਦ ਜਿਵੇਂ ਇਹ ਕਿਤਾਬ ਜਿਹੜੀ ਆ ਜੀ ਉਹ ਚਰਚਿਤ ਹੋ ਗਈ ਆ। ਫੇਕੂ ਜੀ ਹਵੇ ਦਿੱਲੀ ਮਾਂ, ਸ਼ਾਇਦ ਬਾਕੀ ਜਿਹੜੀਆਂ ਭਾਸ਼ਾਵਾਂ ਨੇ ਉਹਦੇ ਵਿੱਚ ਵੀ ਇਹਦਾ ਜਿਹੜਾ ਜੀ ਉਹ ਤਰਜਮਾ ਸਾਹਮਣੇ ਆ ਸਕਦਾ ਜੀ। ਬਿਲਕੁਲ ਜੀ, ਆਪਣੇ ਪੈਰ ਤੇ ਆਪ ਹੀ ਕੁਹਾੜੀ ਮਾਰ ਲਈ ਇੱਦਾਂ ਲੱਗਦਾ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਢੱਡਰੀਆਂ ਵਾਲੇ ਦੇ ਉੱਤੇ ਹਮਲੇ ਦੇ ਮਾਮਲੇ ਨੂੰ ਲੈ ਕੇ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਰਿਪੋਰਟ ਮੰਗੀ ਆ। ਐਕਚੁਅਲੀ ਜਿਹੜਾ ਜੀ ਇਹ ਜਿਹੜਾ ਨਾਲ ਸੀ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ, ਉਹਨੇ ਇਹ ਪਟੀਸ਼ਨ ਜਿਹੜੀ ਹੈ ਪਾਈ ਸੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ। ਉਹਨੇ ਜੇ ਇਸ ਚੀਜ਼ ਨੂੰ ਆਧਾਰ ਬਣਾਇਆ ਉਹਦੇ ਵਿੱਚ 2 ਪੁਆਇੰਟ ਨੇ ਮੇਨ। ਇੱਕ ਤਾਂ ਉਹਨੇ ਕਿਹਾ ਕਿ ਮੈਂ ਇਸ ਸਾਰੀ ਘਟਨਾ ਜਿਹੜੀ ਸੀਗੀ ਜੀ ਉਹਦਾ ਚਸ਼ਮਦੀਦ ਗਵਾਹ ਆ, ਅੱਜ ਤੱਕ ਪੁਲਿਸ ਨੇ ਮੇਰੇ ਤੋਂ ਜਿਹੜੀ ਆ ਜੀ ਪੁੱਛਗਿੱਛ ਹੀ ਨਹੀਂ ਕੀਤੀ। ਦੂਜਾ ਉਹਨੇ ਇਹ ਕਿਹਾ ਕਿ ਜਿਹੜੀਆਂ ਵੱਖ-ਵੱਖ ਗੱਡੀਆਂ ਜਿਹੜੀਆਂ ਦਮਦਮੀ ਟਕਸਾਲ ਦੇ ਨਾਂ ਦੇ ਉੱਤੇ ਰਜਿਸਟਰਡ ਨੇ ਉਹਨਾਂ ਦੇ ਵਿੱਚੋਂ ਸਿਰਫ ਇੱਕ ਗੱਡੀ ਜਿਹੜੀ ਆ ਜੀ ਉਹਨੂੰ ਕੇਸ ਪ੍ਰਾਪਰਟੀ ਬਣਾਇਆ ਗਿਆ, ਦੂਜੀਆਂ ਨੂੰ ਕੇਸ ਪ੍ਰਾਪਰਟੀ ਕਿਉਂ ਨਹੀਂ ਬਣਾਇਆ ਗਿਆ। ਇਹ 2 ਅਹਿਮ ਜਿਹੜੇ ਪੱਖ ਸੀਗੇ ਉਹਨੇ ਇਸ ਪਟੀਸ਼ਨ ਦੇ ਵਿੱਚ ਪਾਏ ਸੀ। ਪੰਜਾਬ ਹਰਿਆਣਾ ਹਾਈ ਕੋਰਟ ਨੇ ਨੋਟਿਸ ਜਾਰੀ ਕੀਤਾ ਪੰਜਾਬ ਸਰਕਾਰ ਨੂੰ, ਪੰਜਾਬ ਪੁਲਿਸ ਦੇ ਮੁਖੀ ਨੂੰ ਤੇ CBI ਨੂੰ ਇਹਦੇ ਸਬੰਧ ਦੇ ਵਿੱਚ। 7 ਤਰੀਕ ਜਿਹੜੀ ਆ ਜੀ ਇਹਦੀ ਅੱਗੋਂ ਹੋਊਗੀ। ਇਹ ਨੋਟਿਸ ਜਾਰੀ ਹੋਣਾ ਸਰਕਾਰ ਦੇ ਵਾਸਤੇ, ਪੰਜਾਬ ਪੁਲਿਸ ਦੇ ਵਾਸਤੇ ਖਾਸ ਤੌਰ ਦੇ ਉੱਤੇ ਕੁਝ ਮੁਸ਼ਕਲ ਤਾਂ ਜਿਹੜੀ ਆ ਜੀ ਉਹ ਖੜੀ ਹੋਣੀ ਆ, ਕਿਉਂਕਿ ਜਿਹੜਾ ਮਾਸਟਰ ਮਾਈਂਡ ਹੈ ਜਿਹਦੀ ਗੱਲ ਰਣਜੀਤ ਸਿੰਘ ਢੱਡਰੀਆਂ ਵਾਲੇ ਕਰਦੇ ਨੇ ਉਹਦੇ ਉੱਤੇ ਉਹਦੇ ਤੋਂ ਪੁੱਛਗਿੱਛ ਕੋਈ ਕਿਸੇ ਕਿਸਮ ਦਾ ਸ਼ਿਕੰਜਾ ਜਿਹੜਾ ਜੀ ਉਹ ਕੱਸਦਾ ਨਜ਼ਰ ਨਹੀਂ ਆ ਰਿਹਾ ਜੀ। ਜੀ ਅਤੇ ਜਾਂਦੇ ਜਾਂਦੇ ਬਨੂ ਜੀ ਆਪਾਂ ਗੱਲ ਕਰਦੇ ਹਾਂ ਵੀ 24 ਘੰਟੇ ਖੁੱਲ੍ਹੇ ਰਹਿਣਗੇ ਸ਼ਾਪਿੰਗ ਮਾਲ, ਕੀ ਕੁਛ ਇਹਨਾਂ ਨੇ ਵੇਚਣਾ ਇੰਨੀ ਰਾਤ ਨੂੰ? ਆਈ ਥਿੰਕ ਇਹ ਜਿਹੜਾ ਮੇਰਾ ਖਿਆਲ ਸਿਕਿਉਰਿਟੀ ਦੇ ਨਾਂ ਦੇ ਉੱਤੇ ਕੁਐਸਚਨ ਮਾਰਕ ਜਿਹੜਾ ਜੀ ਉਹ ਲਾ ਦਿੱਤਾ ਗਿਆ ਜੀ ਕਿ ਜਿਹੜੇ ਮਾਲ ਨੇ, ਜੇ ਆਪਾਂ ਪੰਜਾਬ ਦੀ ਗੱਲ ਕਰੀਏ ਇੱਥੇ ਤਾਂ ਦਿਨੇ ਜਿਹੜਾ ਜੀ ਬੰਦਾ ਲੱਭਣਾ ਔਖਾ ਹੋ ਜਾਂਦਾ। ਜਿਹੜੇ ਮੁਹਾਲੀ ਦੇ ਨੇੜੇ ਤੇੜੇ ਖੁੱਲੇ ਬਹੁਤ ਵੱਡੇ ਵੱਡੇ ਮਾਲ ਨੇ, ਕਿਸੇ ਟਾਈਮ ਕੋਈ ਜਾ ਕੇ ਦੇਖੇ ਤਾਂ ਭਾਂ ਕਰਦੇ ਨੇ ਸਟੋਰ। ਜੇ ਦਿਨੇ ਨਹੀਂ ਆਉਂਦੇ ਤੇ ਰਾਤ ਨੂੰ ਕਿਹੜੇ ਆਉਣਗੇ? ਰਾਤ ਨੂੰ ਜਿਹੜੀਆਂ ਦੀ ਫਿਰ ਉਹ ਘਟਨਾਵਾਂ ਜਿਹੜੀਆਂ ਵਾਪਰਦੀਆਂ ਨੇ ਉਹਦੇ ਵਿੱਚ ਵੀ ਵਾਧਾ ਹੋ ਸਕਦਾ। ਵੈਸੇ ਇਹ ਕਿਸੇ ਦੇ ਉੱਤੇ ਪਾਬੰਦੀ ਨਹੀਂ ਹੋਊਗੀ ਕਿ 24 ਘੰਟੇ ਉਹਨੇ ਖੁੱਲ੍ਹਾ ਰੱਖਣਾ। ਜੇ ਕੋਈ ਖੁੱਲ੍ਹਾ ਰੱਖਣਾ ਚਾਹੇ, ਸ਼ਾਇਦ ਜਿਹੜੀਆਂ ਵੱਡੀਆਂ ਮੈਟਰੋ ਸਿਟੀਜ਼ ਨੇ, ਮੁੰਬਈ
ਦਿੱਲੀ ਵਰਗੀਆਂ ਉੱਥੋਂ ਦੀਆਂ ਕੁਝ ਜਿਹੜੀਆਂ ਮਾਲਸ ਨੇ, ਜਿਵੇਂ ਏਅਰਪੋਰਟ ਦੇ ਨਜ਼ਦੀਕ ਕੁਝ ਮਾਲਸ ਨੇ, ਸ਼ਾਇਦ ਹੋ ਸਕਦਾ ਜੀ ਉਹ ਇਹਦਾ ਲਾਹਾ ਲੈ ਸਕਣ, ਪਰ ਸਾਰੀਆਂ ਮਾਲਸ ਨਹੀਂ ਖੁੱਲਣਗੀਆਂ ਜੀ। ਜੀ, ਵੈਸੇ ਵੀ ਪੰਜਾਬ 'ਚ ਤਾਂ ਬਿਜਲੀ ਸਰਪਲਸ ਰਹਿੰਦੀ ਆ, ਰਾਤ ਨੂੰ ਜਗਾਉਣਾ ਕੀ ਆ। ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਤੁਸੀਂ ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀ। ਤੇ ਜਾਣ ਤੋਂ ਪਹਿਲਾਂ ਅੱਜਨਾਮਾ ਕਿ ਦੋਸ਼ ਦੂਜਿਆਂ ਉੱਪਰ ਸੁਖਬੀਰ ਲਾਉਂਦਾ, ਉਹ ਵੀ ਲਾਉਂਦੇ ਭਰਪੂਰ ਨੇ ਦੋਸ਼ ਬੇਲੀ। ਦੋਸ਼ ਦੂਜਿਆਂ ਉੱਪਰ ਸੁਖਬੀਰ ਲਾਉਂਦਾ, ਉਹ ਵੀ ਲਾਉਂਦੇ ਭਰਪੂਰ ਨੇ ਦੋਸ਼ ਬੇਲੀ। ਇਹਦਾ ਯਤਨ ਹੈ ਕਾਇਮ ਸਰਕਾਰ ਰੱਖਾਂ, ਕਿਲਾ ਜਿੱਤਣ ਲਈ ਉਹਨਾਂ ਦਾ ਜੋਸ਼ ਬੇਲੀ। ਜੀ, ਇਹੋ ਜਿਹੇ ਅਲਫਾਜ਼ ਕਈ ਵਰਤ ਜਾਂਦੇ, ਨਵਾਂ ਨਿਕਲ ਸਕਦਾ ਸ਼ਬਦ ਕੋਸ਼ ਬੇਲੀ। ਲਾਗੜ ਭੂਗੜ ਵੀ ਰਹਿਣ ਨਾ ਕਦੇ ਪਿੱਛੇ, ਵੱਡੇ ਛੋਟੇ ਲਈ ਰੱਖਣ ਨਹੀਂ ਹੋਸ਼ ਬੇਲੀ। ਜਿਹੜਾ ਨਾਲ ਧਿਆਨ ਕੋਈ ਪੜਨ ਲੱਗਦਾ, ਕਹਿੰਦਾ ਠੀਕ ਨਹੀਂ ਤਾਣੀ ਨਾ ਤੰਦ ਬੇਲੀ। ਜੀ, ਜਿਹੜਾ ਨਾਲ ਧਿਆਨ ਕੋਈ ਪੜਨ ਲੱਗਦਾ, ਕਹਿੰਦਾ ਠੀਕ ਨਹੀਂ ਤਾਣੀ ਨਾ ਤੰਦ ਬੇਲੀ। ਰਹਿ ਗਏ ਨਿਯਮ ਕਾਨੂੰਨ ਤਾਂ ਇੱਕ ਪਾਸੇ, ਦੂਸ਼ਣ ਲਾਉਣੇ ਹੀ ਬਣ ਗਿਆ ਸੰਦ ਬੇਲੀ। ਜੀ ਜੀ ਜੀ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ। ਤੇ ਸੋ ਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਧੰਨਵਾਦ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।